ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸੋ ਕਹੋ ਟਲ ਗੁਰ ਸੇਵੀ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਜਮਦਰ ਬੱਧੇ ਮਾਰੀਐ, ਫਿਰ ਵਿਸ਼ਟਾ ਮਾਹੇ ਪਚਾਹੇ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਜਮਦਰ ਬੱਧੇ ਮਾਰੀਐ, ਫਿਰ ਵਿਸ਼ਟਾ ਮਾਹੇ ਪਚਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਜਾਗਤ ਜੋਤ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਦੀਵਾਨ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਭਰ ਕੇ ਅੰਮ੍ਰਿਤਮਈ ਬਾਣੀ, ਧੁਰ ਕੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਆਤਮਕ ਆਨੰਦ ਨੂੰ ਮਾਣਦੇ ਹੋਏ ਔਰ ਬਹੁਤ ਹੀ ਪ੍ਰੀਤ ਦੇ ਨਾਲ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੋकर ਸਮੁੱਚੀ ਮਾਨਵਤਾ ਦੇ ਵਾਸਤੇ ਸਰਬ ਸਾਂਝਾ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਸਤਿਗੁਰਾਂ ਜੀ ਦੇ ਉਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਜੁੜ ਬੈਠੀ ਔਰ ਮੀਡੀਆ ਦੇ ਰਾਹੀਂ ਦੇਸ਼ ਪ੍ਰਦੇਸ਼ ਵਿੱਚ ਸੁਰਤੀ ਕਰਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੇ ਨਾਲ ਜੁੜ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਸਾਡੇ ਸਾਰਿਆਂ ਤੇ ਗੁਰੂ ਨੇ ਤਰਸ ਕੀਤਾ, ਸਾਨੂੰ ਸੰਗਤ ਦੀ ਪ੍ਰਾਪਤੀ ਹੋਈ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਪਾਵਨ ਪਵਿੱਤਰ
ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋਠ ਕੀ ਵਾਰ ਵੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ, ਔਰ ਇਸ ਵਾਰ ਦੇ ਨਾਲ 2 ਸ਼ਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਜੋ ਸਮਝਾ ਰਹੇ ਨੇ, ਆਓ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਜੋ ਸਮਝ ਆਏ ਉਹਨੂੰ ਸਮਝ ਕੇ ਅਸੀਂ ਆਪਣੇ ਜੀਵਨ ਵਾਸਤੇ ਕੋਈ ਲਾਭ ਪ੍ਰਾਪਤ ਕਰ ਸਕੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲੋਂ ਆਪ ਸਾਰੀ ਹੀ ਸੰਗਤ ਕਰੋ ਕਿਰਪਾ, ਬਖਸ਼ੋ ਅਸੀਸ, ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਨਾਨਕ ਨਾਮ ਨ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਿਲਕੁਲ ਸਪਸ਼ਟ ਤੌਰ ਤੇ ਸਾਨੂੰ ਜੀਵਾਂ ਨੂੰ ਇਹ ਗੱਲ ਸਮਝਾ ਦਿੱਤੀ। ਮਨਮੁਖ ਜਿਹੜਾ ਮਨ ਦੇ ਮਗਰ ਲੱਗਿਆ ਹੋਇਆ ਵਿਅਕਤੀ ਹੈ, ਕੋਈ ਵੀ ਜੀਵ ਹੈ, ਸਤਿਗੁਰੂ ਜੀ ਕਹਿੰਦੇ ਨੇ, ਹੇ ਨਾਨਕ ਨਾਮ ਨਾ ਚੇਤਨੀ, ਜਿਹੜੇ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਕਰਦੇ ਕੀ ਆ? ਕੁਛ ਨਾ ਕੋਈ ਤੇ ਉਹ ਵੀ ਕਰ ਰਹੇ ਨੇ। ਨਾਮ ਨਹੀਂ ਜਪਦੇ ਤੇ ਸਾਹਿਬ ਜੀ ਕਹਿੰਦੇ ਨੇ, ਅਗਿਆਨੀ ਅੰਧਲੇ ਅਵਰੈ ਕਰਮ ਕਮਾਏ। ਅਗਿਆਨੀ ਜਿਨ੍ਹਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਆ। ਆਪ ਜੀ ਆਖੋਗੇ ਇਹਦਾ ਕਿਵੇਂ ਪਤਾ ਲੱਗੇ? ਸਾਡੇ ਸਾਹਮਣੇ ਸਾਨੂੰ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ। ਅਗਿਆਨਤਾ ਕੀ ਆ? ਅਗਿਆਨਤਾ ਇਹ ਹੀ ਆ ਜਿਹੜਾ ਸਾਡਾ ਜੀਵਨ ਭਰਮ ਵਿੱਚ ਪਿਆ ਰਹਿੰਦਾ। ਅਸੀਂ ਕਈ ਪ੍ਰਕਾਰ ਦੇ ਆਪਣੇ ਜੀਵਨ ਵਿੱਚ ਭਰਮ ਕਰਦੇ ਹਾਂ। ਇਹ ਸਾਰੀ ਅਗਿਆਨਤਾ ਹੈ। ਜਿੱਦਣ ਗੁਰੂ ਨੇ ਕਿਰਪਾ ਕਰਤੀ, ਸ਼ਬਦ ਦਾ ਅੰਦਰ ਪ੍ਰਕਾਸ਼ ਹੋ ਗਿਆ, ਸ਼ਬਦ ਦਾ ਗਿਆਨ ਪ੍ਰਕਾਸ਼ ਹੋ ਗਿਆ, ਫਿਰ ਸਾਡੇ ਜੀਵਨ ਦੇ ਵਿੱਚੋਂ ਗੁਰੂ ਪਿਆਰਿਓ ਕਿਸੇ ਪ੍ਰਕਾਰ ਦਾ ਵਹਿਮ ਭਰਮ ਆ ਨਹੀਂ ਸਕਦਾ, ਮਿਟ ਜਾਏਗਾ। ਜਿੰਨਾ ਚਿਰ ਅਸੀਂ ਵਹਿਮ ਭਰਮ ਵਿੱਚ ਪੈ ਕੇ ਧਰਮ ਦੇ ਨਾਂ ਤੇ ਕਰਮ, ਇਸ ਗੱਲ ਨੂੰ ਧਿਆਨ ਦੇ ਨਾਲ ਸਮਝਣਾ। ਬਹੁਤ ਵਾਰ ਆਪਾਂ ਸਮਝਦੇ ਹਾਂ ਕਿ ਅਸੀਂ ਤੇ ਧਰਮ ਦੇ ਬੜੇ ਕਰਮ ਕਰਦੇ ਹਾਂ। ਕਰਮ ਕਰਨਾ ਬੁਰੀ ਗੱਲ ਨਹੀਂ ਆ, ਪਰ ਅਸਲ ਦੇ ਵਿੱਚ ਧਰਮ ਦੇ ਕਰਮ ਵੀ ਕਰੀ ਜਾਈਏ ਤੇ ਅੰਦਰ ਧਰਮ ਨਾ ਬਣੇ, ਧਰਮ ਪੈਦਾ ਨਾ ਹੋਏ, ਤੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਨਾ ਜਪੀਏ, ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਐਵੇਂ ਪ੍ਰਤੀਤ ਹੁੰਦਾ ਕਿ ਇਹ ਸਾਡੇ ਵਾਸਤੇ ਸਾਰੇ ਬਚਨ ਕਹਿ ਰਹੇ ਨੇ, ਸਾਨੂੰ ਹੀ ਸਮਝਾ ਰਹੇ ਨੇ। ਗੁਰੂ ਪਿਆਰਿਓ ਸਾਡੇ ਸਾਰਿਆਂ ਦੇ ਨਾਲ ਬੜਾ ਪਿਆਰ ਕਰਦਾ। ਗੁਰੂ ਸਾਡੇ ਤੇ ਸਦਾ ਹੀ ਤਰਸ ਕਰਦਾ, ਕਿਉਂਕਿ ਗੁਰੂ ਪਿਤਾ ਹੈ ਤੇ ਪਿਤਾ ਹਮੇਸ਼ਾ ਹੀ ਬੱਚਿਆਂ ਦੇ ਨਾਲ ਪਿਆਰ ਕਰਦਾ, ਤਰਸ ਕਰਦਾ, ਤੇ ਬੱਚੇ ਦੀਆਂ ਕਮਜ਼ੋਰੀਆਂ ਤੋਂ ਪਿਆਰ ਦੇ ਨਾਲ ਸਮਝਾਉਂਦਾ ਰਹਿੰਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਅੱਜ ਇਹ ਗੱਲ ਸਮਝਾ ਰਹੇ ਨੇ। ਕਹਿ ਰਹੇ ਨੇ ਕਿ ਨਾਨਕ ਨਾਮ ਨਾ ਚੇਤਨੀ। ਆਪਣੇ ਜੀਵਨ ਦੇ ਵਿੱਚ ਹੈ ਨਾਨਕ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ, ਯਾਦ ਨਹੀਂ ਕਰਦੇ, ਕਰ ਕੀ ਰਹੇ ਨੇ? ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਉਹ ਗਿਆਨਤਾ ਦੇ ਹਨੇਰੇ ਵਿੱਚ ਨੇ, ਅੰਨੇ ਨੇ। ਭਾਵ ਬੇਸ਼ੱਕ ਉਹਨਾਂ ਦੇ ਕੋਲ ਨੇਤਰ ਨੇ, ਪਰ ਨੇਤਰ ਹੋਣ ਦੇ ਬਾਵਜੂਦ ਵੀ ਉਹ ਗਿਆਨ ਦਾ ਅਭਾਵ ਹੋਣ ਕਰਕੇ, ਗੁਰੂ ਦੇ ਉਪਦੇਸ਼ ਦਾ ਅਭਾਵ ਹੋਣ ਕਰਕੇ ਫਿਰ ਅੰਨਿਆਂ ਵਾਲੇ ਕੰਮ ਕਰ ਰਹੇ ਨੇ। ਇਹ ਤੇ ਇੱਕ ਬੜਾ ਪਿਆਰਾ ਬਚਨ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਿਉਂਕਿ ਇਹ ਸਾਡੀ ਗੱਲ ਪਕੜ ਵਿੱਚ ਆ ਜੇ ਕਿ ਅੰਧਲੇ ਅਵਰੇ ਕਰਮ ਕਿਹੜੇ ਨੇ।
क्योंकि आपां ते कहंदे जी आपां धर्म दे कर्म कर रहे हैं, पर सतगुरु सच्चे पातशाह जी जिहड़ी गल कह रहे ने आपां रल मिल के उहनूं समझ सकीए। इत्थे एक बचन मैं भगत कबीर साहब जी दा आप जी दे नाल साझा करां। उन्हां ने की देखिया कि जिहड़े धर्म दे नां ते कर्म करन वाले लोग सन ना जी, जिहड़े अपने आप नूं धर्मी अखवाउंदे सन ते वख-वख तरीकिਆਂ ਦੇ ਨਾਲ धर्म कमाया जा रहा सी, पर असल दे विच सच धर्म नहीं सी कमाया जा रहा। ते भगत कबीर साहब जी ने उन्हां लोकां नूं देखिया। हुण देखो बनारस दी धरती आ जिथे भगत कबीर साहब जी सच दी गल करदे ने, ते उत्थे धर्म दे नां ते कर्म करन वालियां दा बड़ा वड्डा बोलबाला है। बड़े वेदां शास्त्रां दे ज्ञाता ने, सियाणे लोक ने, पर उन्हां दे जीवन दे विचों भी भगत कबीर साहब जी ने जे कोई कमजोरी है तो उन्हें फड़ के ते उन्होंने उन्हां दे सामने रखिया कि तुसीं बड़ा चंगा कर्म करदे हो, धर्म दा बाणा पाया होया, लोग तुहानूं धर्मी कह के तुहाडा सत्कार करदे ने। एक गल दा ख्याल रखना गुरु प्यारिओ, धर्मी पोशाक पा के ते बड़ी वड्डियां जिम्मेवारियां हो जांदियां ने, जिहदा सानूं सदा एहसास रहना चाहिदा। असीं पंज ककारी वर्दी धारण कीती ना जी, खंडे बाटे दी पहुल लई अमृत पान कीता। हुण अमृत पान कर लेना कोई वड्डी प्राप्ति नहीं, पर अमृत पान करके जो मर्यादा विच परपक्क रहना ये बड़ी वड्डी जिम्मेवारी आ। जिन्ना चिर असीं ये जिम्मेवारी नहीं निभावांगे, मर्यादा विच अपने आप जीवन नूं नहीं लियावांगे, ते फिर बहुत बार आपां वो भी देखदे हां कि कुछ व्यक्तियां ने अमृतपान ते कीता हुंदा, ककार जरूर पाए हुंदे ने, पर मर्यादा दे वो नेड़े तेड़े भी नहीं ढुकदे। हुण जदों आपां भगत जी दे बचन पढ़दे हां ते फिर सानूं अपने अल भी देखना पएगा, क्योंकि दूसरे अल उंगली करनी बड़ी सौखी हुंदी आ, पर अपनी विचार करनी, अपनी पड़चोल करनी, स्वै पड़चोल करनी, मैं की कर रहा ये वेखना बड़ा औखा लगदा। क्योंकि बाहर वेखना दूर तक दिखाई दिंदा है, पर जदों अंदर देखांगे तो नेड़े को सानू अपने बारे लभदा ही कुछ नहीं। हुण भगत जी कहंदे ने, जिहड़े कहंदे सी असीं ना तन ते कपड़ा कोई नहीं पाउंदे, आपो अपना धर्म है मुबारक, सानू किसे दे नाल किसे दी विरोधता नहीं, पर इदां दे धर्म दे कर्म कीते जा रहे सन। किसी ने कहा जी असीं कपड़ा नहीं पाउंदे, तन नंगा रखदे, अज भी हैगे ने लोग ਜਿਹੜੇ कपड़ा नहीं पाउंदे। कपड़ा तन नूं ढकण वास्ते आ, कज्जण वास्ते आ, पर कईयां ने इहनूं धर्म मन के कमाउणा शुरू करता जी। असीं ते वेखो त्याग कीता, कपड़े दा ही त्याग कीता। भगत कबीर साहब जी ने जदों ऐसे लोकां नूं देखिया तो कहण लगे, कहंदे कल्ला कपड़े दा त्याग करन दे नाल की होएगा, ते जे नंगे रहन दे नाल ही परमात्मा दी प्राप्ति आ, यही योग है, यही साधना। ते वो कहंदे ने नगन फिरत जो पाईऐ जोग, बन का मिर्ग मुक्त सब होग। हुण जिहड़े जानवर ने कहंदे वो ते सारे फिर धर्म विच पुगे होने चाहिए ने। क्या नांगे क्या बांधे चाम, जब नहीं आत्म चीन सराम। कहंदे बाहर दे कर्म करन दे नाल की होएगा, जिन्ना चिर अंदर परमात्मा नूं, परमात्मा दी विचार ही नहीं कीती, जिन्ना चिर तेरे अंदर परमात्मा दा नाम नहीं वसिया, भाव तैनूं अपने अंदर परमात्मा दी होंद दा अनुभव नहीं होया। असल दे विच गुरु प्यारिओ परमात्मा अनुभव है, परमात्मा की कोई विशेष तस्वीर थोड़ी आ। वो निर्गुण ते सरगुण दोनों स्वरूपों दे विच है। हुण परमात्मा का अनुभव है ते
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਪ੍ਰਮਾਤਮਾ ਦਾ ਅਨੁਭਵ ਕਰਾਉਣਾ ਚਾਹੁੰਦੇ ਨੇ। ਇਹ ਸਾਨੂੰ ਬਾਹਰ ਦੀਆਂ ਤਸਵੀਰਾਂ ਵਿਖਾ ਕੇ ਨਹੀਂ ਪ੍ਰਮਾਤਮਾ ਦਾ ਰੂਪ ਦਿਖਾਉਣਾ ਚਾਹੁੰਦੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਪ੍ਰਮਾਤਮਾ ਦਾ ਅਨੁਭਵ ਕਰਾਉਣਾ ਚਾਹੁੰਦੇ ਨੇ, ਜਿਹਦੇ ਬਾਰੇ ਆਪਾਂ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ। ਇਹ ਅਨੁਭਵ ਦੀ ਤੇ ਗੱਲ ਹੈ ਕਿ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ, ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜਾਹਰਾ। ਹੁਣ ਸਤਿਗੁਰੂ ਜੀ ਤੇ ਸਾਨੂੰ ਆਹ ਅਹਿਸਾਸ ਕਰਾਉਣਾ ਚਾਹੁੰਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਬ ਨਹੀਂ ਆਤਮ ਚੀਨ ਸਰਾਮ, ਫਿਰ ਮੁੰਡਨ ਕਰਵਾ ਕੇ ਮੋਣ ਮੰਡਾਏ ਤੋਂ ਗਤ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਹਿੰਦੇ ਹੁਣ ਜੇ ਮੁੰਡਨ ਕਰਾਉਣ ਦੇ ਨਾਲ ਹੀ, ਮੈਂ ਗੁਸਤਾਖੀ ਦੀ ਮਾਫੀ, ਇਹ ਕਿਸੇ ਤੇ ਕਟਾਕਸ਼ ਨਹੀਂ ਆ। ਜੋ ਕੀਤਾ ਜਾ ਰਿਹਾ ਸੀ ਭਗਤ ਕਬੀਰ ਸਾਹਿਬ ਜੀ ਨੇ ਉਹਨਾਂ ਕੀਤੇ ਹੋਏ ਕਰਮਾਂ ਦਾ ਜ਼ਿਕਰ ਕੀਤਾ ਤੇ ਕਹਿੰਦੇ ਜੇ ਮੁੰਡਨ ਕਰਾਉਣ ਦੇ ਨਾਲ ਹੀ ਪ੍ਰਾਪਤੀ ਹੁੰਦੀ ਤੇ ਆ ਜਿਹੜੀ ਭੇਡ ਆ ਇਹਦੀ ਉੱਨ ਬਾਰ-ਬਾਰ ਉਤਾਰੀ ਜਾਂਦੀ ਆ। ਫਿਰ ਇਸ ਤੋਂ ਅਗਲੀ ਗੱਲ ਕੀਤੀ, ਜਿਨ੍ਹਾਂ ਨੇ ਗ੍ਰਸਥ ਮਾਰਗ ਦਾ ਤਿਆਗ ਕਰਤਾ। ਵੇਖੋ ਵਿਦਵਾਨਾਂ ਦਾ ਇਹ ਵਿਚਾਰ ਹੈ ਔਰ ਗੁਰਮਤ ਦੀ ਇਹ ਸਿੱਖਿਆ ਕਿ ਜਿਹੜਾ ਗ੍ਰਸਥ ਮਾਰਗ ਹੈ ਨਾ, ਇਹ ਪ੍ਰਮਾਤਮਾ ਦੀ ਬਣਾਈ ਹੋਈ ਮਰਿਆਦਾ ਦਾ ਇੱਕ ਹਿੱਸਾ ਹੈ। ਇਹ ਜਿਹੜਾ ਗ੍ਰਸਥ ਮਾਰਗ ਹੈ ਨਾ ਗੁਰੂ ਪਿਆਰਿਓ, ਇਹ ਪ੍ਰਮਾਤਮਾ ਦੀ ਬਣਾਈ ਹੋਈ ਮਰਿਆਦਾ ਦਾ ਹਿੱਸਾ। ਉਹ ਕਿਹੜੀ ਮਰਿਆਦਾ? ਇਹ ਸੰਸਾਰ ਦੀ ਉਤਪਤੀ ਵਾਸਤੇ ਆ, ਸੰਸਾਰ ਦੀ ਉਤਪਤੀ ਵਾਸਤੇ, ਪਦਾਇਸ਼ ਵਾਸਤੇ ਜਿਵੇਂ ਆਪਾਂ ਕਹਿ ਲਈਏ। ਵੱਖਰੀ ਗੱਲ ਹੈ ਕਿ ਸਮਾਜ ਨੇ ਇਸ ਵਿਚਾਰਧਾਰਾ ਨੂੰ ਛੱਡ ਕੇ ਤੇ ਜਿਹੜਾ ਨਰ ਮਾਦਾ ਦਾ ਸੰਬੰਧ ਸੀ ਉਹਨੂੰ ਇੱਕ ਵਾਸ਼ਨਾ ਦਾ ਰੂਪ ਦੇ ਦਿੱਤਾ। ਅਸਲ ਦੇ ਵਿੱਚ ਇਹ ਪ੍ਰਮਾਤਮਾ ਦੀ ਬਣਾਈ ਹੋਈ ਮਰਿਆਦਾ ਦਾ ਹਿੱਸਾ ਹੈ ਗ੍ਰਸਥ। ਹਾਂ, ਵੱਖਰੀ ਗੱਲ ਹੈ ਆਪਣੀ ਮਰਜ਼ੀ ਦੇ ਨਾਲ ਆਪਾਂ ਗ੍ਰਸਥ ਨੂੰ ਅਖਤਿਆਰ ਕਰੀਏ ਜਾਂ ਨਾ ਕਰੀਏ, ਪਰ ਗ੍ਰਸਥ ਮਾਰਗ ਜਿਹੜਾ ਇਹ ਸੱਚ ਜਾਣਿਓ ਗੁਰੂ ਪਿਆਰਿਓ ਬੜਾ ਸੁੱਚਾ ਮਾਰਗ ਹੈ। ਜੇ ਇਹਦੀ ਸੁੱਚਤਾ ਨੂੰ ਅਸੀਂ ਬਹਾਲ ਰੱਖੀਏ, ਜੇ ਇਹਦੀ ਸੁਚਮਤਾ ਦਾ ਖਿਆਲ ਰੱਖੀਏ, ਇਹ ਬੜਾ ਪਿਆਰ ਵਾਲਾ ਮਾਰਗ ਹੈ। ਇਸ ਪਿਆਰ ਨੂੰ ਅਸੀਂ ਜੇ ਆਪਣੇ ਜੀਵਨ ਵਿੱਚ ਬਰਕਰਾਰ ਰੱਖੀਏ, ਪ੍ਰੇਮ ਦੀ ਗੱਲ ਆਉਂਦੀ, ਪਿਆਰ ਦੀ ਗੱਲ ਆਉਂਦੀ ਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਹੀ ਤੇ ਇਹ ਗੱਲ ਕਹੀ ਕਿ ਸਾਚ ਕਹੋ ਸੁਨ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮ ਦਾ ਮਾਰਗ ਆ, ਗ੍ਰਸਥ ਦਾ ਮਾਰਗ ਆ, ਇਹ ਵਾਸ਼ਨਾ ਦਾ ਮਾਰਗ ਨਹੀਂ। ਸੋ ਮੈਂ ਅੱਗੇ ਚੱਲਾਂ। ਭਗਤ ਕਬੀਰ ਸਾਹਿਬ ਜੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਗ੍ਰਸਥ ਦਾ ਤਿਆਗ ਕਰ ਲਿਆ, ਉਹ ਕਹਿੰਦੇ ਜੀ ਇਹ ਜਤੀ ਹੋ ਗਏ, ਇਹ ਭੋਇੰਗਮ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਨਾਲ ਕੀ ਹੋਏਗਾ? ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਏ। ਜੇ ਕਹਿੰਦੇ ਇਸ ਤਰੀਕੇ ਦੇ ਨਾਲ ਹੀ, ਕਿਉਂਕਿ ਜਬ ਨਹੀਂ ਆਤਮ ਚੀਨ ਸਰਾਮ, ਇਸ ਗੱਲ ਤੇ ਆਪਾਂ ਧਿਆਨ ਕੇਂਦਰਿਤ ਕਰਕੇ ਰੱਖਣਾ। ਬਾਕੀ ਦੀਆਂ ਉਦਾਹਰਨਾਂ ਨੇ ਕਿ ਆਹ ਧਰਮ ਦੇ ਕਰਮ ਕੀਤੇ ਜਾ ਰਹੇ ਨੇ, ਪਰ ਕਹਿੰਦੇ ਜਿੰਨਾ ਚਿਰ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਆਇਆ, ਬਾਹਰ ਦੇ ਕੀਤੇ ਹੋਏ ਧਰਮ ਦੇ ਨਾਂ ਤੇ ਕਰਮ ਵੀ ਬੰਦਿਆ ਤੇਰੇ ਜੀਵਨ ਦੀ ਉਹ ਆਤਮਿਕ ਤਰੱਕੀ ਨੂੰ ਉਸ ਮੰਜ਼ਿਲ ਤੱਕ ਨਹੀਂ ਲਿਜਾ ਸਕਦੇ ਜਿਸ ਮੰਜ਼ਿਲ ਤੇ ਪਹੁੰਚਣ ਵਾਸਤੇ ਤੈਨੂੰ ਪ੍ਰਮਾਤਮਾ ਦਾ ਨਾਮ ਜਪਣਾ ਪਏਗਾ। ਆਖੋ ਸਤਨਾਮ। ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਕਰੋ ਕਿ ਪ੍ਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ, ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਕੋਈ ਵੀ ਜੀਵ ਸੰਸਾਰ ਤੇ ਆ ਕੇ ਸਫਲ ਨਹੀਂ ਹੋ ਸਕਿਆ। ਜਿਹੜੀ ਮੰਜ਼ਲ ਸੀ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ
ਇਹ ਤੇਰੀ ਬਰੀ ਆ। ਉਹ ਜਿਹੜਾ ਮਲਾਪ ਵਾਲਾ ਟਿਕਾਣਾ ਸੀ, ਕਹਿੰਦੇ ਪ੍ਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਜਿੰਨੇ ਮਰਜ਼ੀ ਧਰਮ ਦੇ ਨਾਂ ਦੇ ਕਰਮ ਕਰੀ ਜਾ। ਆਪਾਂ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਪੜ੍ਹਦੇ ਆ ਨਾ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਬੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ। ਕਿੰਨੀ ਪਿਆਰੀ ਗੱਲ ਕਹੀ। ਇਹਨਾਂ ਬਚਨਾਂ ਨੂੰ ਆਪਾਂ ਸਾਰੇ ਜਾਣੇ ਇੱਕ ਵਾਰੀ ਰਲ ਕੇ ਪੜ੍ਹੀਏ। ਹਰ ਕਾ ਨਾਮ ਨ ਜਪਸ ਗਵਾਰਾ, ਹਰ ਕਾ ਨਾਮ ਨ ਜਪਸ ਗਵਾਰਾ। ਹਰ ਕਾ ਨਾਮ ਨ ਜਪਸ ਗਵਾਰਾ, ਹਰ ਕਾ ਨਾਮ ਨ ਜਪਸ ਗਵਾਰਾ। ਕਿਆ ਸੋਚੈ ਬਾਰੰਗਬਾਰਾ, ਕਿਆ ਸੋਚੈ ਬਾਰੰਗਬਾਰਾ। ਕਿ ਬਾਰ-ਬਾਰ ਨਾਮ ਜਪਣ ਲਈ ਅਸੀਂ ਸੋਚਦੇ ਰਹਿੰਦੇ ਹਾਂ। ਸਵਾਲ ਸਾਰੀ ਉਮਰ ਸਾਡਾ ਬਣਿਆ ਰਹਿੰਦਾ, ਕਿੰਨਾ ਚਿਰ ਨਾਮ ਜਪਣਾ ਚਾਹੀਦਾ, ਕਿੰਨਾ ਚਿਰ ਬਾਣੀ ਪੜ੍ਹਨੀ ਚਾਹੀਦੀ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਪ੍ਰਕਾਰ ਦਾ ਭੁਲੇਖਾ ਰਹਿਣ ਹੀ ਕੋਈ ਨਹੀਂ ਦਿੱਤਾ। ਕੋਈ ਵਿਅਕਤੀ ਭੁਲੇਖਾ ਪਾਏ ਤੇ ਅਸੀਂ ਭੁਲੇਖੇ 'ਚ ਪੈ ਜਾਈਏ, ਲੋੜ ਹੀ ਨਹੀਂ। ਅਸੀਂ ਆਪਣੇ ਗੁਰੂ ਦੇ ਕੋਲੋਂ ਪੁੱਛੀਏ। ਗੁਰੂ ਸਾਹਿਬ ਸਾਨੂੰ ਬਾਰ-ਬਾਰ ਦੱਸਦੇ ਨੇ। ਸਤਿਗੁਰੂ ਸਾਹਿਬ ਜੀ ਸਾਨੂੰ ਹਰ ਗੱਲ ਆਪਣੇ ਜੀਵਨ ਦੀ ਸਮਝਾਉਂਦੇ ਨੇ। ਸਤਿਗੁਰੂ ਸਾਹਿਬ ਜੀ ਨੇ ਤੇ ਇਹ ਡੰਕੇ ਦੀ ਚੋੜ ਤੇ ਸਪਸ਼ਟ ਕਰ ਦਿੱਤਾ। ਕੀ ਸਪਸ਼ਟ ਕੀਤਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਕਿ ਜਿੰਨਾ ਚਿਰ ਤੇਰੇ ਸਵਾਸ ਚੱਲਦੇ ਨੇ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ। ਜਿਚਰ ਘਟ ਮੇ ਸਾਹ, ਜਿਚਰ ਘਟ ਮੇ ਸਾਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜਿਚਰ ਘਟ ਮੇ ਸਾਹ, ਜਿਚਰ ਘਟ ਮੇ ਸਾਹ। ਜਿਚਰ ਸਤਿਗੁਰੂ ਜੀ ਕਹਿੰਦੇ ਨੇ ਅਖੀਰਲੇ ਸਵਾਸ ਤੱਕ ਪਰਮਾਤਮਾ ਨੂੰ ਸਦਾ ਯਾਦ ਰੱਖਣਾ, ਕਦੀ ਵਿਸਾਰਨਾ ਨਹੀਂ। ਤੇ ਭਗਤ ਜੀ ਕਹਿੰਦੇ ਨੇ ਕਿ ਇਹ ਬਾਹਰ ਦੇ ਜਿਹੜੇ ਧਰਮ ਦੇ ਨਾਂ ਤੇ ਕੀਤੇ ਹੋਏ ਕਰਮ ਨੇ, ਇਹਦੇ ਨਾਲ ਕੋਈ ਸਫਲਤਾ ਨਹੀਂ। ਇਸੇ ਤਰ੍ਹਾਂ ਅੱਜ ਭਗਤ ਕਬੀਰ ਸਾਹਿਬ ਜੀ ਦਾ ਇਹ ਬਚਨ ਸਾਨੂੰ ਵੀ ਸੇਧ ਬਖਸ਼ਦਾ। ਅਸੀਂ ਵੀ ਉਹਦੇ ਵਿੱਚ ਹੀ ਆ ਜਾਂਦੇ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਆਪਾਂ ਅੰਮ੍ਰਿਤ ਪਾਨ ਕਰ ਲਿਆ, 5 ਕਕਾਰੀ ਵਰਦੀ ਧਾਰਨ ਕੀਤੀ, ਮੁਬਾਰਕ ਹੈ। ਸਤਿਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਕਿ ਸਤਿਗੁਰੂ ਸਾਹਿਬ ਜੀ ਤੁਸੀਂ ਸਾਡੇ ਤੇ ਕਿਰਪਾ ਕੀਤੀ, ਗੁਰੂ ਵਾਲੇ ਬਣੇ। ਗੁਰੂ ਵਾਲਾ ਬਣਨ ਦਾ ਤਰੀਕਾ ਹੀ ਗੁਰੂ ਪਿਆਰਿਓ ਇਹ ਆ, ਸਾਡੀ ਮਰਿਆਦਾ ਹੀ ਇਹ ਆ ਕਿ ਨਾਮ ਧਰੀਕ 5 ਪਿਆਰਿਆਂ ਦੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਖੰਡੇ ਬਾਟੇ ਦੀ ਪਹੁਲ ਲੈਣੀ ਆ। ਤੇ ਫਿਰ ਜਿਹੜੀ ਸਿੰਘ ਸਾਹਿਬ 5 ਪਿਆਰੇ ਸਾਨੂੰ ਮਰਿਆਦਾ ਦ੍ਰਿੜ ਕਰਾਉਂਦੇ ਨੇ, ਉਹ ਆਪਾਂ ਮਰਿਆਦਾ ਆਪਣੇ ਜੀਵਨ ਵਿੱਚ ਦ੍ਰਿੜ ਕਰਕੇ ਰੱਖਣੀ ਆ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਧਰਮ ਦੇ ਨਾਂ ਤੇ ਕਰਮ ਕਰਦੇ ਨੇ, ਉਹ ਗਿਆਨੀ ਨੇ। ਅੰਧਿਆਂ ਵਾਲੇ ਭਾਵ
ਸਮਝਦਾਰੀ ਵਾਲੇ ਕਰਮ ਨਹੀਂ ਕਰਦੇ, ਤੇ ਜਿਹੜਾ ਬੇਸਮਝੀ ਵਾਲੇ ਕਰਮ ਆਪਣੇ ਜੀਵਨ ਵਿੱਚ ਕਰਦਾ ਉਹ ਆਪਣੇ ਜੀਵਨ ਦੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਹੈ ਜੀ। ਜਮਦਾਰ ਬੱਦੇ ਮਾਰੀਐ ਫਿਰ ਵਿਸ਼ਟਾ ਮਾਹਿ ਪਚਾਹੇ। ਤੇ ਜੇ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਫਿਰ ਉਹਦਾ ਰਿਜ਼ਲਟ ਕੀ ਨਿਕਲੇਗਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਮਦਾਰ ਬੱਧੇ ਮਾਰੀਐ, ਫਿਰ ਉਹਨਾਂ ਨੂੰ ਜਮਾਂ ਦੀ ਮਾਰ ਪੈਂਦੀ, ਜਮ ਬੰਨ ਲੈਂਦੇ ਨੇ ਉਹਨਾਂ ਨੂੰ, ਜਮਾਂ ਦੇ ਦਰ ਤੇ ਬੱਧੇ ਹੋਏ ਮਾਰ ਖਾਂਦੇ ਨੇ, ਚੋਟ ਖਾਂਦੇ ਨੇ। ਸਾਹਿਬ ਜੀ ਕਹਿੰਦੇ ਨੇ ਫਿਰ ਵਿਸ਼ਟਾ ਮਾਹੇ ਪਚਾਏ, ਇਹ ਕੀਤੇ ਹੋਏ ਕਰਮਾਂ ਦਾ ਕਰਕੇ ਵਿਕਾਰਾਂ ਦੀ ਗੰਦਗੀ ਵਿੱਚ ਹੀ ਪਏ ਰਹਿੰਦੇ ਨੇ ਤੇ ਫਿਰ ਪਛਤਾਉਂਦੇ ਹਨ ਜੀ। ਮਹੱਲਾ ਤੀਜਾ। ਨਾਨਕ ਸਤਿਗੁਰ ਸੇਵਹਿ ਆਪਣਾ, ਸੇ ਜਨ ਸੱਚੇ ਪਰਵਾਨ। ਆਖੋ ਸਤਨਾਮ। ਅਗਲੇ ਸ਼ਲੋਕ ਵਿੱਚ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਨਾਨਕ, ਜਿਹੜੇ ਆਪਣੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਯਾਦ ਰੱਖਦੇ ਨੇ, ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਮਾਲਕ ਦੇ ਦਰ ਤੇ, ਸੱਚਾ ਕੌਣ ਹੈ? ਵਾਹਿਗੁਰੂ ਪਰਮਾਤਮਾ। ਸੱਚੇ ਦੇ ਦਰ ਤੇ ਉਹ ਪ੍ਰਵਾਨ ਹੋ ਜਾਂਦੇ ਨੇ, ਜਿਹੜੇ ਆਪਣੇ ਜੀਵਨ ਵਿੱਚ ਗੁਰੂ ਦੀ ਦੱਸੀ ਸਿੱਖਿਆ ਅਨੁਸਾਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ। ਫਿਰ ਉਹਨਾਂ ਦੇ ਕਿੰਨੀ ਵੱਡੀ ਬਰਕਤ ਬਖਸ਼ਿਸ਼ ਹੁੰਦੀ ਹੈ ਜੀ। ਸਤਿਗੁਰੂ ਜੀ ਕਹਿੰਦੇ ਨੇ ਜਿਨੀ ਨਾਮ ਧਿਆਇਆ ਉਹਨਾਂ ਨੂੰ ਫਿਰ ਜਮਾਂ ਦੀ ਮਾਰ ਨਹੀਂ ਪੈਂਦੀ ਜੀ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਜਮਾਂ ਦੀ ਮਾਰ ਪੈਂਦੀ ਆ, ਤੇ ਜਿਹੜੇ ਨਾਮ ਜਪਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਸੇ ਜਨ ਸੱਚੇ ਪਰਵਾਨ। ਹਰ ਕੈ ਨਾਏ ਸਮਾਏ ਰਹੇ, ਚੁਕਾ ਆਵਨ ਜਾਣ। ਉਹਨਾਂ ਦੀ ਸੁਰਤ ਸਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਆ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹਨਾਂ ਦਾ ਆਉਣ ਤੇ ਜਾਣ ਦਾ, ਆਵਾ ਤੇ ਗਵਣ ਦਾ ਜਿਹੜਾ ਗੇੜ ਹੈ ਇਹ ਖਤਮ ਹੋ ਜਾਂਦਾ, ਮਿਟ ਹੋ ਜਾਂਦਾ ਹੈ। ਕਿਉਂਕਿ ਜਿੰਨੀ ਧਰਮ ਦੇ ਨਾਂ ਦੇ ਸਾਧਨਾ ਉਹ ਸਾਰੀ ਇਸੇ ਡਰ ਕਰਕੇ ਹੋ ਰਹੀ ਆ ਕਿ ਆਵਾ ਗੌਣ ਸਾਡਾ ਕੱਟਿਆ ਜਾ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਆਪਣੇ ਜੀਵਨ ਵਿੱਚ ਆਵਾ ਗੌਣ ਤੋਂ ਮੁਕਤ ਹੋਣਾ ਚਾਹੁੰਦਾ, ਇੱਕੋ ਹੀ ਕੰਮ ਕਰੀ, ਗੁਰੂ ਦੀ ਦਸੀ ਕਾਰ ਤੇ ਚੱਲ ਕੇ ਉਪਦੇਸ਼ ਨੂੰ ਕਮਾ ਕੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪੀ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਫਿਰ ਸਦਾ ਹੀ ਆਵਾ ਗੌਣ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ ਜੀ। ਪੌੜੀ ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਹੁਣ ਪੌੜੀ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਡੇ ਜੀਵਨ ਨੂੰ ਬੜੇ ਨੇੜੇ ਤੋਂ ਦੇਖ ਕੇ ਨਾ ਇਹ ਗੱਲਾਂ ਕਹੀਆਂ ਨੇ। ਸਾਹਿਬ ਜੀ ਕਹਿੰਦੇ ਨੇ ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਧਨ ਸੰਪੈ ਦੌਲਤ ਮਾਇਆ ਜਿਹੜੀ ਆਪਾਂ ਇਕੱਠੀ ਕਰਦੇ ਹਾਂ, ਸਾਡਾ ਸੁਭਾਅ ਆ ਨਾ ਜੀ, ਅਸੀਂ ਧਨ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰ ਲਈਏ, ਮਾਇਆ ਜ਼ਿਆਦਾ ਤੋਂ ਜ਼ਿਆਦਾ, ਸੰਪਰਦਾ ਜ਼ਿਆਦਾ ਤੋਂ ਜ਼ਿਆਦਾ, ਜਾਇਦਾਦ ਜ਼ਿਆਦਾ ਤੋਂ ਜ਼ਿਆਦਾ ਬਣਾ ਲਈਏ। ਕੋਈ ਗੱਲ ਨਹੀਂ, ਹੋਣੀ ਚਾਹੀਦੀ ਮੁਬਾਰਕ। ਪਰ ਸਾਹਿਬ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਰੱਖੀ, ਇਹ ਜੋ ਕੁਝ ਵੀ ਕਰ ਰਿਹਾ ਇਹ ਤੇਰੇ ਆਤਮਿਕ ਜੀਵਨ ਵਾਸਤੇ ਅਖੀਰ ਨੂੰ ਦੁਖਦਾਈ ਸਾਬਤ ਹੋਣੀ। ਇਹਦੇ ਵਿੱਚੋਂ ਸੁੱਖ ਕੋਈ ਨਹੀਂ ਮਿਲਣਾ, ਕਿਉਂਕਿ ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੈ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖ ਹਰ ਹਰ ਗੁਣ ਗਾਏ, ਸਰਬ ਸੁਖ ਹਰ ਹਰ ਗੁਣ ਗਾਏ। ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਆ ਜੋ ਕੁਝ ਵੀ ਕਰ ਰਿਹਾ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਬੰਦਿਆ
ਇਹ ਤੇਰੇ ਵਾਸਤੇ ਅਖੀਰ ਤੇ ਦੁਖਦਾਈ ਹੋਣਾ ਹੀ। ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਇੱਥੇ ਨਾਲ ਸਿੱਖਿਆ ਕੀਤੀ। ਇਹ ਬਚਨ ਸਾਡੀ ਪਕੜ ਵਿੱਚ ਆ ਜੇ। ਸਾਡੇ ਸੁਭਾਅ ਦੀ ਜਦੋਂ ਗੱਲ ਕਰਦੇ ਨੇ ਨਾ ਭਾਈ ਸਾਹਿਬ, ਭਾਈ ਗੁਰਦਾਸ ਜੀ, ਉਹ ਕਹਿੰਦੇ ਉਦਾਹਰਨ ਦਿੱਤੀ ਆ ਸ਼ਹਿਦ ਵਾਲੀ ਮੱਖੀ ਦੇ ਨਾਲ। ਕਹਿੰਦੇ ਕਦੀ ਦੇਖਿਆ ਹੀ, ਫੁੱਲਾਂ ਤੇ ਜਾਂਦੀ ਆ, ਰਸ ਚੂਸ ਚੂਸ ਕੇ ਲਿਆਉਂਦੀ ਆ, ਸ਼ਹਿਦ ਇਕੱਠਾ ਕਰਦੀ ਆ, ਤੇ ਜਿਹੜਾ ਸ਼ਹਿਦ ਚੋਣ ਵਾਲਾ ਹੈ ਉਹਦੇ ਮੂੰਹ ਵਿੱਚ ਸਵਾਹ ਪਾ ਕੇ ਸਾਰਾ ਸ਼ਹਿਦ ਕੱਢ ਕੇ ਲੈ ਜਾਂਦਾ, ਉਹਦੇ ਪੱਲੇ ਕੁਝ ਨਹੀਂ ਪੈਂਦਾ। ਇਸੇ ਤਰ੍ਹਾਂ ਕਹਿੰਦੇ ਗਾਂ ਦੀ ਉਦਾਹਰਨ ਦਿੱਤੀ, ਆਪਣੇ ਬੱਚੇ ਦੇ ਵਾਸਤੇ ਥਣਾ ਵਿੱਚ ਦੁੱਧ ਲਿਆਉਂਦੀ ਆ, ਤੇ ਗਵਾਲਾ ਜਿਹੜਾ ਗੁੱਜਰ ਹੈ ਜਿਹੜਾ ਬੱਚੇ ਨੂੰ ਖਿੱਚ ਕੇ ਪਿੱਛੇ ਬੰਨ੍ਹ ਦਿੰਦਾ ਤੇ ਉਹ ਦੁੱਧ ਚੋ ਕੇ ਲੈ ਜਾਂਦਾ। ਤੀਸਰੀ ਉਦਾਹਰਨ ਦਿੱਤੀ ਚੂਹੇ ਦੀ। ਚੂਹਾ ਬੜੀ ਮਿਹਨਤ ਕਰਦਾ, ਖੱਡ ਪੁੱਟਦਾ, ਤੇ ਕਹਿੰਦੇ ਸੱਪ ਆਉਂਦਾ, ਨਾਲੇ ਤੇ ਉਹਨੂੰ ਮਾਰ ਕੇ ਖਾ ਜਾਂਦਾ ਤੇ ਨਾਲੇ ਉਸ ਖੁੱਡ ਦਾ ਮਾਲਕ ਬਣ ਜਾਂਦਾ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾੜੇ ਕੰਮ ਕਰ ਕਰਕੇ ਕੀਤੀ ਹੋਈ ਬੰਦਿਆ ਤੇਰੀ ਇਕੱਠੀ ਮਾਇਆ ਤੇਰੇ ਨਾਲ ਨਹੀਂ ਹੋ ਜਾਣੀ, ਅੰਤ ਸਮੇਂ ਤੈਨੂੰ ਹੱਥ ਖਾਲੀ ਜਾਣਾ ਪੈਣਾ। ਜੈਸੇ ਮਧ ਮਾਖੀ ਸੀਸ ਸੀਂਚ ਕੇ ਇਕੱਤਰ ਕਰੇ, ਹੇਰੇ ਮਧੂ ਆਏ ਮੁਖ ਤਾਂ ਕੋ ਸ਼ਾਰ ਡਾਰ ਕੇ। ਜੈਸੇ ਬਚ ਹੇਤ ਗਊ ਸਿੰਚਤ ਹੈ ਖੀਰ, ਤਾਏ ਲੇਤ ਹੈ ਹੀਰ ਦੋਏ ਬਛਰੇ ਬਟਾਰ ਕੇ। ਜੈਸੇ ਧਰ ਖੋਦ ਬਿਲ ਸਾਜੇ ਮੂਸਾ, ਪੈਸਤ ਸਰਪ ਧਾਏ ਖਾਏ ਤਾਏ ਮਾਰ ਕੇ। ਤੈਸੇ ਕੋਟ ਪਾਪ ਕਰ ਮੂੜ, ਕਰੋੜਾਂ ਪਾਪ ਕਰਕੇ ਜਿਹੜੀ ਮਾਇਆ ਇਕੱਠੀ ਕੀਤੀ ਹੈ, ਅੰਤ ਕਾਲ ਛਾੜ ਚਲੇ ਦੋਨੋਂ ਕਰ ਝਾੜ ਕੇ। ਕਹਿੰਦੇ ਤੈਨੂੰ ਖਾਲੀ ਹੱਥ ਜਾਣਾ ਪੈਣਾ। ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਇਹ ਅੰਤੇ ਤੇਰੇ ਵਾਸਤੇ ਦੁੱਖ ਥਾਈ ਹੀ ਹੋਣੀ ਹੈ ਜੀ। ਘਰ ਮੰਦਰ ਮਹਿਲ ਸਵਾਰੀਐ, ਕਿਛ ਸਾਥ ਨਾ ਜਾਈ। ਘਰ ਮੰਦਰ ਮਹਿਲ ਸਵਾਰੀਏ, ਜਿਹੜੇ ਅਸੀਂ ਸੋਹਣੇ ਸੋਹਣੇ ਮਹਿਲ ਮਾੜੀਆਂ ਘਰ ਬਣਾਉਨੇ ਆ, ਕਹਿੰਦੇ ਬੇਸ਼ੱਕ ਤੇਰੇ ਰਹਿਣ ਵਾਸਤੇ ਇਹਦੀ ਲੋੜ ਹੈ, ਪਰ ਜੇ ਤੂੰ ਇਹਦੇ ਵਿੱਚ ਹੀ ਰੀਝ ਕੇ ਪਸੀਜ ਕੇ ਰਹਿ ਗਿਆ ਕਿ ਮੇਰੇ ਵਰਗਾ ਕਿਸੇ ਦਾ ਘਰ ਨਹੀਂ, ਮੈਂ ਏਦਾਂ ਦਾ ਘਰ ਬਣਾਉਣਾ ਕਿ ਦੂਜਾ ਮੇਰੇ ਘਰ ਵਰਗਾ ਘਰ ਬਣਾ ਨਾ ਸਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੀ ਤੇਰੇ ਨਾਲ ਨਹੀਂ ਜਾਣਾ ਹੈ ਜੀ। ਹਰ ਰੰਗੀ ਤੁਰੇ ਨਿਤ ਪਾਲੀਐ, ਕਿਤੈ ਕਾਮ ਨਾ ਆਈ। ਤਰ੍ਹਾਂ ਤਰ੍ਹਾਂ ਦੀਆਂ ਗੋਂਦਾਂ ਗੁੰਨਣੀਆਂ, ਕਈ ਤਰ੍ਹਾਂ ਦੇ ਰੰਗਾਂ ਦੇ ਘੋੜੇ ਤਿਆਰ ਕਰਦੇ ਰਹਿਣਾ, ਕਈ ਸਕੀਮਾਂ ਜਿਵੇਂ ਆਪਾਂ ਲਾਉਂਦੇ ਰਹਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਤੇਰੀਆਂ ਧਰੀਆਂ ਧਰਾਈਆਂ ਹੀ ਰਹਿ ਜਾਣੀਆਂ ਹਨ ਜੀ। ਜਨ ਲਾਵੋ ਚਿਤ ਹਰ ਨਾਮ ਸਿਓ, ਅੰਤ ਹੋਏ ਸਖਾਈ। ਇਸ ਕਰਕੇ ਕੀ ਕਰਨਾ ਕਰ ਭਾਈ ਸਿੱਖਾ, ਪਰਮਾਤਮਾ ਦੇ ਨਾਮ ਦੇ ਨਾਲ ਚਿੱਤ ਨੂੰ ਜੋੜਨਾ ਕਰ। ਕਾਰਨ ਕੀ ਆ? ਕਹਿੰਦੇ ਇੱਕੋ ਹੀ ਚੀਜ਼ ਤੇਰੇ ਨਾਲ ਨਿਭਣ ਵਾਲੀ ਆ, ਉਹ ਆ ਪਰਮਾਤਮਾ ਦਾ ਨਾਮ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਪਿਆ ਹੋਇਆ ਨਾਮ ਹੀ ਇਸ ਜਿੰਦ ਦਾ ਪੱਕਾ ਸਹਾਰਾ ਹੈ। ਇਸ ਕਰਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰ। ਜਿਸ ਸੱਚੇ ਦੇ ਨਾਮ ਨੇ ਤੇਰਾ ਸੱਚੇ ਦੇ ਦਰ ਤੇ ਸਹਾਰਾ ਬਣਨਾ ਹੈ ਜੀ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਸੁਖ ਪਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਗੁਰਮੁਖ ਜਨਾਂ ਨੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਿਆ ਧਿਆਇਆ ਹੈ, ਜੀਵਨ ਦਾ ਆਤਮਕ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਭਾਵ ਉਹਨਾਂ ਨੂੰ ਮਾਲਕ ਦੇ ਦਰ ਤੇ ਪ੍ਰਵਾਨਗੀ ਮਿਲੀ ਹੈ। ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਰਾਹੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਨਾ ਕੀਤੀ ਹੈ। ਵਿਖਾਵੇ ਦੇ ਧਰਮ ਦੇ ਨਾਂ ਦੇ ਕਰਮਾਂ ਤੋਂ ਸਾਨੂੰ ਬਾਹਰ ਨਿਕਲਣ ਵਾਸਤੇ ਸਮਝਾਇਆ ਹੈ, ਤੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਦਿੱਤਾ ਕਿ ਹੇ ਜਿੰਦੇ ਤੇਰਾ ਇੱਕੋ ਹੀ ਸਹਾਰਾ ਹੈ, ਉਹ ਹੈ ਪ੍ਰਮਾਤਮਾ ਦਾ ਨਾਮ।
ਬਾਕੀ ਸਾਰੇ ਜਿਨ੍ਹਾਂ ਨੂੰ ਤੂੰ ਆਪਣੇ ਸਹਾਰੇ ਸਮਝਦਾ, ਇਹ ਵਕਤੀ ਨੇ, ਵਕਤ ਦੇ ਨਾਲ ਇਹਨਾਂ ਨੇ ਚਲੇ ਜਾਣਾ। ਤੂੰ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਪਿਆ ਕਰ। ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦ ਦੀ ਜੋ ਪਾਵਨ ਪਵਿੱਤਰ ਅਸਥਾਨ ਦੀ ਮਰਿਆਦਾ ਅਨੁਸਾਰ ਵਿਚਾਰ ਚੱਲਦੀ ਹੈ, ਆਓ ਉਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰੀਏ ਜੀ। ਨਾਨਾ ਕਰਤ ਨ ਛੂਟੀਐ, ਵਿਨ ਗੁਣ ਜਮਪੁਰ ਜਾਹੇ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਆਰਾਮ ਕਲੀ ਦੇ ਰਾਗ ਦੇ ਵਿੱਚ ਦੱਖਣੀ ਰੀਤ ਅਨੁਸਾਰ ਉਚਾਰਨ ਕੀਤੀ ਹੋਈ ਬਾਣੀ, ਜੋ ਓਂਕਾਰ ਬਾਣੀ ਦੇ ਸਰਲੇਖ ਹੇਠ ਸਤਿਗੁਰ ਸਾਹਿਬ ਜੀ ਦੇ ਵਿੱਚ ਦਰਜ ਹੈ। ਇਹ 37ਵੀਂ ਪੌੜੀ ਹੈ। 36 ਪੌੜੀਆਂ ਦੀ ਆਪ ਜੀ ਨੇ ਪਹਿਲੋਂ ਵਿਚਾਰ ਸਰਵਣ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ 37ਵੀਂ ਪੌੜੀ ਦੇ ਵਿੱਚ ਬਹੁਤ ਹੀ ਪਿਆਰੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਹੰਕਾਰ ਦਾ ਜ਼ਿਕਰ ਕੀਤਾ ਹੈ। ਨਾਨਾ ਕਰਤ ਨਾ ਛੂਟੀਐ, ਵਿਣ ਗੁਣ ਜਮਪੁਰ ਜਾਹੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਵੀ ਕਰਮ ਹੰਕਾਰ ਵਿੱਚ, ਕੋਈ ਵੀ ਸਾਡੇ ਜੀਵਨ ਦਾ ਕਰਮ ਹੈ, ਜਿਹੜਾ ਕਰਮ ਕਰਕੇ ਹੰਕਾਰ ਆ ਗਿਆ, ਬੇਸ਼ੱਕ ਉਹਦੇ ਵਿੱਚ ਆਪਾਂ ਸੰਗਤ ਹੀ ਕਰਦੇ ਹਾਂ, ਜੇ ਸੰਗਤ ਕਰਨ ਦਾ ਹੀ ਕਿਤੇ ਹੰਕਾਰ ਆ ਗਿਆ ਨਾ ਮਨ ਵਿੱਚ, ਇਹ ਵੀ ਮਾੜਾ। ਸੇਵਾ ਕਰਨ ਦਾ ਹੰਕਾਰ ਆ ਗਿਆ, ਇਹ ਵੀ ਮਾੜਾ। ਜ਼ਿਆਦਾ ਬਾਣੀ ਪੜ੍ਹਨ ਦਾ ਹੀ ਹੰਕਾਰ ਆ ਗਿਆ, ਇਹ ਵੀ ਮਾੜਾ। ਨੇਮ ਦਾ, ਪ੍ਰੇਮ ਦਾ ਮੁੱਕਦੀ ਗੱਲ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਕਿਸੇ ਵੀ ਪ੍ਰਕਾਰ ਦਾ ਹੰਕਾਰ ਇਸ ਜਿੰਦ ਵਾਸਤੇ ਮਾੜਾ, ਕਿਉਂਕਿ ਹੰਕਾਰੀ ਕਿਸੇ ਗਿਣਤੀ 'ਚ ਨਹੀਂ ਆਉਂਦਾ। ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ। ਹੰਕਾਰ ਨੂੰ ਇਸ ਤਰੀਕੇ ਦੇ ਨਾਲ ਸਾਨੂੰ ਸਮਝਾਉਂਦੇ ਨੇ ਕਿ ਕਿਤੇ ਅਸੀਂ ਆਪਣੀ ਪੜਚੋਲ ਕਰ ਸਕੀਏ ਕਿ ਮੈਂ ਕਿਤੇ ਹੰਕਾਰ ਤਾਂ ਨਹੀਂ ਕਰਦਾ। ਜੇ ਮੈਂ ਕਰਦਾ ਤੇ ਫਿਰ ਮੈਂ ਇਸ ਗਿਣਤੀ 'ਚ ਆਉਣਾ ਜਿਹੜੀ ਗਿਣਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਨੇ। ਇਹਦੇ ਕੋਲੋਂ ਬਚਣਾ ਬੜਾ ਔਖਾ, ਗੁਰੂ ਪਿਆਰਿਓ ਮੁਆਫ ਕਰਨਾ, ਆਪਾਂ ਸਾਰੇ ਹੀ ਸ਼ਾਮਲ ਆ। ਕਹਿਣਾ ਬੜਾ ਸੌਖਾ, ਦੂਸਰੇ ਨੂੰ ਕਹਿਣਾ ਬੜਾ ਸੌਖਾ, ਭਾਈ ਹੰਕਾਰ ਨਾ ਕਰਿਆ ਕਰ, ਪਰ ਆਪ ਹੰਕਾਰ ਤੋਂ ਬਚ ਕੇ ਰਹਿਣਾ ਬੜਾ ਔਖਾ। ਇਹ ਤੇ ਗੁਰੂ ਕਿਰਪਾ ਕਰੇ, ਮੇਰੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਇਸ ਸਭ ਤੋਂ ਵਿਨਾਸ਼ਕਾਰੀ ਵਿਕਾਰ ਤੋਂ ਅਸੀਂ ਬਚ ਸਕਦੇ ਹਾਂ। ਆਪਣੀ ਸਿਆਣਪ ਤੇ ਚਲਾਕੀ ਦੇ ਨਾਲ ਅਸੀਂ ਇਹਦੇ ਤੋਂ ਨਹੀਂ ਬਚ ਸਕਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਇਸ ਗੱਲ ਨੂੰ ਧਿਆਨ ਵਿੱਚ ਰੱਖੀ, ਜੇ ਤੂੰ ਹੰਕਾਰ ਕਰਦਾ, ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਹੰਕਾਰ ਦਾ ਜ਼ਿਕਰ ਕੀਤਾ ਇਸ ਪੌੜੀ ਦੇ ਵਿੱਚ। ਭਾਈ ਸਾਹਿਬ ਜੀ ਕਹਿੰਦੇ ਨੇ, ਜੈਸੇ ਮਾਲਾ ਮੇਰ ਪੋਹੀਅਤ ਸਭ ਉੱਪਰ ਕੇ, ਸਿਮਰਨ ਸੰਖਿਆ ਮੈਂ ਨਾ ਪਾਵਤ ਵਡਾਈ ਕੇ। ਮਾਲਾ ਸਿਮਰਨਾ ਹੁੰਦਾ ਨਾ ਜੀ, ਉਹਦੇ ਵਿੱਚ ਸਭ ਤੋਂ ਵੱਡਾ ਇੱਕ ਮਣਕਾ, ਜਿਹਨੂੰ ਮੇਰੂ ਮਣਕਾ ਕਹਿੰਦੇ ਆ, ਉਹ ਸਭ ਤੋਂ ਉੱਪਰ ਹੁੰਦਾ। ਇੱਕ ਤੁਲਨਾ ਕੀਤੀ ਆ, ਕਹਿੰਦੇ ਬੰਦਿਆ ਕਿਤੇ ਖਿਆਲ ਕਰੀ, ਸਿਮਰਨਾ ਕਰਨ ਵਾਲੇ, ਮਾਲਾ ਫੇਰਨ ਵਾਲੇ ਸਾਰੀ ਮਾਲਾ ਨੂੰ ਫੇਰਨਗੇ, ਘਮਾਉਣਗੇ, ਪਰ ਉਹਨਾਂ ਮਣਕਿਆਂ ਦੀ ਗਿਣਤੀ ਤੇ ਉਸ ਗਿਣਤੀ ਦੇ ਵਿੱਚ ਉਹ ਮੇਰੂ ਮਣਕਾ ਨਹੀਂ ਆਉਂਦਾ। ਹੰਕਾਰ ਇੰਨਾ ਮਾੜਾ। ਦਰਸ਼ਾਨ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਤੇ ਹੰਕਾਰ ਨਾ ਕਰੀ। ਜੈਸੇ ਮਾਲਾ ਮੇਰ ਪੋਹੀਅਤ ਸਭ ਉੱਪਰ ਕੇ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕੇ। ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦਾ। ਦੂਸਰੀ ਉਦਾਹਰਨ ਦਿੱਤੀ ਬਨਸਪਤੀ ਦੇ ਵਿੱਚੋਂ ਕਿ ਇਸ ਬਨਸਪਤੀ ਦੇ ਵਿੱਚ ਸਿੰਬਲ ਦਾ ਰੁੱਖ ਕਿੰਨਾ ਉੱਚਾ, ਪਰ ਕਹਿੰਦੇ ਉਹ ਕਿਸੇ ਵੀ ਕੰਮ ਨਹੀਂ ਆਉਂਦਾ। ਇਹ ਵੀ ਹੰਕਾਰ ਦੇ ਨਾਲ ਉਦਾਹਰਨ ਸਮਝਾਉਣ ਵਾਸਤੇ, ਸਮਾਂ ਨਹੀਂ ਮੈਂ ਵਿਸਤਾਰ ਕਰਾਂ। ਤੀਸਰੀ ਉਦਾਹਰਨ ਦਿੱਤੀ ਆ ਇੱਲ ਦੀ। ਚੀਲ ਉੱਡਦੀ ਆ, ਬੜੀ ਉੱਚੀ ਉਡਾਰੀ ਮਾਰਦੀ ਆ, ਕਹਿੰਦੇ ਕੀ ਹੋਇਆ, ਉਹਦੀ ਬਿਰਤੀ ਤੇ ਮਰੇ ਪਸ਼ੂਆਂ ਤੇ ਟਿਕੀ ਰਹਿੰਦੀ ਆ। ਇਸੇ ਤਰ੍ਹਾਂ
ਗਜਾਏਬੋ ਬਜਾਏਬੋ ਸੁਣਾਏਬੋ ਨਾ ਹੋਤ ਕਛ। ਗੁਰ ਉਪਦੇਸ਼ ਬਿਨ ਧ੍ਰਿਗ ਚਤਰਾਈ ਕੇ। ਬੇਸ਼ੱਕ ਉੱਚੀ ਉੱਚੀ ਗਾਈ ਜਾ, ਮੁਬਾਰਕ ਚੰਗੀ ਗੱਲ ਸੁਣਾਈ ਜਾ, ਸੁਣੀ ਜਾ, ਵਿਚਾਰੀ ਜਾ, ਪਰ ਜੇ ਗਾਏ ਨੂੰ, ਸੁਣੇ ਨੂੰ, ਵਿਚਾਰੇ ਨੂੰ ਆਪਣੇ ਜੀਵਨ ਵਿੱਚ ਨਹੀਂ ਕਮਾਇਆ, ਗੁਰੂ ਦੇ ਉਪਦੇਸ਼ ਦਾ ਧਾਰਨੀ ਨਹੀਂ ਬਣਿਆ, ਤੇ ਚਲਾਕੀਆਂ ਤੇ ਸਿਆਣਪਾਂ ਦੇ ਨਾਲ ਕਹਿੰਦੇ ਤੂੰ ਤਰਕਾਰ ਹੈ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਨਾ ਤਿਸ ਇਹੋ ਨਾ ਉਹ ਹੈ, ਆਵਗੁਣ ਫਿਰ ਪਛਤਾਹੇ। ਹੰਕਾਰੀ ਮਨੁੱਖ ਦਾ ਨਾ ਉਹਦਾ ਆਹ ਪਾਸਾ ਹੀ ਸਵਾਰ ਪਾਉਂਦਾ, ਤੇ ਨਾ ਉਹ ਅਗਲਾ ਪਾਸਾ ਹੀ ਉਹਦਾ ਸਵਰਦਾ ਹੈ, ਫਿਰ ਉਹਨੂੰ ਪਛਤਾਉਣਾ ਪੈਂਦਾ ਹੈ ਜੀ। ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ। ਹੰਕਾਰੀ ਮਨੁੱਖ ਨੂੰ ਨਾ ਹੀ ਆਤਮਿਕ ਜੀਵਨ ਦੀ ਸੋਝੀ, ਪਰਮਾਤਮਾ ਦੇ ਮਿਲਾਪ ਦਾ ਰਸਤਾ ਪਤਾ ਲੱਗਦਾ, ਹੰਕਾਰ ਵਿੱਚ ਗਰਸਿਆ ਰਹਿੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇ ਨਾ ਹੀ ਉਹਦੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਾ ਧਰਮ ਆਉਂਦਾ ਹੈ ਜੀ। ਵਿਨ ਨਾਮੈ ਨਿਰਭਉ ਕਹਾ, ਕਿਆ ਜਾਣਾ ਅਭਿਮਾਨ। ਕਹਿੰਦੇ ਨਾਮ ਤੋਂ ਬਿਨਾ ਫਿਰ ਜੀਵਨ ਦੇ ਵਿੱਚੋਂ ਡਰ ਹੀ ਖਤਮ ਨਹੀਂ ਹੁੰਦਾ, ਕਿਉਂਕਿ ਜੀਵਨ ਦਾ ਡਰ ਖਤਮ ਕਿਵੇਂ ਹੋਣਾ? ਨਿਰਭਉ ਜਪੈ। ਨਿਰਭਉ ਨੂੰ ਜਪਣਾ ਪਏਗਾ, ਫਿਰ ਕੀ ਹੋਏਗਾ ਜੀ? ਸਗਲ ਭਉ ਮਿਟੇ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਇਸ ਤਰੀਕੇ ਦੇ ਨਾਲ ਭੈ ਖਤਮ ਹੋਣਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਵਿਣ ਨਾਮੇ ਨਿਰਭਉ ਕਹਾ, ਕਿਆ ਜਾਣਾ ਅਭਿਮਾਨ। ਹੰਕਾਰੀ ਮਨੁੱਖ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਹੈ ਜੀ। ਠਾਕ ਰਹੀ ਕਿਵ ਆਪੜਾ, ਹਾਥ ਨਹੀਂ ਨਾ ਪਾਰ। ਹੁਣ ਜੀਵ ਆਤਮਾ ਦੀ ਪੁਕਾਰ ਦੀ ਗੱਲ ਕੀਤੀ ਹੈ ਕਿ ਇਹ ਜੀਵ ਆਤਮਾ ਇਦਾਂ ਦੇ ਕਰਮ ਕਰ ਕਰਕੇ ਥੱਕ ਹਾਰ ਗਈ, ਕਿਸੇ ਤਰੀਕੇ ਦੇ ਨਾਲ ਮੈਂ ਇਸ ਹੰਕਾਰ ਤੋਂ ਬਚ ਸਕਾਂ, ਪਰ ਆਪਣੀ ਸਿਆਣਪ ਦੇ ਨਾਲ ਹੰਕਾਰ ਦੇ ਕੋਲੋਂ ਕੋਈ ਨਹੀਂ ਬਚਿਆ ਹੈ ਜੀ। ਨਾ ਸਾਜਨ ਸੇ ਰੰਗ ਲੈ, ਕਿਸ ਪਹਿ ਕਰੀ ਪੁਕਾਰ। ਹੁਣ ਕਿਹਦੇ ਕੋਲ ਮੈਂ ਇਹ ਪੁਕਾਰ ਕਰਾਂ, ਕਿਹਦੇ ਕੋਲ ਮੈਂ ਅਰਦਾਸ ਕਰਾਂ, ਜਿਹੜਾ ਮੈਨੂੰ ਇਸ ਹੰਕਾਰ ਤੋਂ ਬਚਾ ਲਵੇ ਜੀ। ਨਾਨਕ ਪ੍ਰਿਓ ਪ੍ਰਿਓ ਜੇ ਕਰੀ, ਮੇਲੇ ਮੇਲਨ ਹਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਹ ਨਾਨਕ ਆਖ। ਪ੍ਰਿਓ ਪ੍ਰਿਓ ਤੋਂ ਭਾਵ ਹੈ ਬਾਰ ਬਾਰ ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰ, ਉਹ ਹੀ ਅਸਲ ਦੇ ਵਿੱਚ ਮੇਲਣ ਵਾਲਾ ਹੈ। ਆਪਾਂ ਇਹ ਬਚਨ ਪੜ੍ਹਦੇ ਹਾਂ, ਕੇਸੋ ਕੇਸੋ ਕੂਕੀਏ ਨਾ ਸੋਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਨੇ ਪੁਕਾਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਦਾ ਉਹਦੇ ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ, ਤੇ ਮੰਗਿਆ ਕੀ ਕਰ? ਉਹਦੇ ਚਰਨਾਂ ਵਿੱਚ ਭਾਵਨਾ ਦੇ ਨਾਲ ਜੁੜ ਕੇ ਅਰਦਾਸ ਕਰਿਆ ਕਰ, ਤਰਲਾ ਕਰਿਆ ਕਰ। ਕਿਹੜਾ ਕਰਲਾ ਜੀ? ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਐਸੀ ਮਤ ਦੀਜੈ ਮੇਰੇ ਠਾਕੁਰ, ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ, ਸਦਾ ਸਦਾ ਤੁਧ ਧਿਆਈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰ ਦੇਣੀ। ਸਮੂਹ ਸੰਗਤ ਦਾ ਹਾਰਦਿਕ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ। ਗੁਰੂ ਘਰ ਦੇ ਮੁੱਖ ਸੇਵਾਦਾਰ ਹੈੱਡ ਗ੍ਰੰਥੀ ਸਾਹਿਬ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਪਿਆਰ ਦੇ ਨਾਲ ਬੱਚਾ ਸਮਝ ਕੇ ਆਵਾਜ਼ ਮਾਰ ਕੇ ਆਪ ਸੰਗਤਾਂ ਦੀ ਸ਼ਬਦ ਵਿਚਾਰ ਰਾਹੀਂ ਸੇਵਾ ਕਰਨ ਦਾ ਅਵਸਰ ਬਖਸ਼ਿਆ। ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਸਾਹਿਬਾਨ
ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਾਣ ਕੇ ਇਹ ਸੇਵਾ ਦਾ ਅਵਸਰ ਬਖਸ਼ਿਆ। ਬਹੁਤ ਉਪਮਾ ਥੋੜ ਕਈ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਬੁਲਾਉਨੇ ਹਾਂ ਜੀ। ਨਾਨਕ ਪ੍ਰਯੋ ਪ੍ਰਯੋ ਜੇ ਕਰੀ ਮਿਲੇ ਮਿਲਨ ਹਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕੈ ਹੇਤ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।